जी अस्सलाम वालेकुम ਦੋਸਤੋ ਕਿੱਦਾਂ ਜੇ। ਅੱਛਾ ਯਾਰ ਨਾ ਸਿਰਫ ਗੱਲਾਂ ਬਾਤਾਂ ਨਾਲ ਕੁਛ ਨਹੀਂ ਹੁੰਦਾ। ਬੰਦੇ ਨੂੰ ਨਾ ਹੋਰ ਵੀ ਬੜੀ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ। ਟ੍ਰੇਡਿੰਗ ਜਿਹੜੀ ਫੀਲਡ ਹੈ ਨਾ, ਕਰੰਸੀ ਟ੍ਰੇਡਿੰਗ, ਸਪੋਰਟ ਟ੍ਰੇਡਿੰਗ, ਸਿਰਫ ਉਸ ਦੀ ਮੈਂ ਗੱਲ ਕਰਨਾ ਔਰ ਉਸ ਦੇ ਬਾਰੇ 'ਚ ਹੀ ਮੈਂ ਜਿਹੜਾ ਨਾ ਉਹ ਵੀਡੀਓ ਬਣਾਉਣਾ। ਮੈਂ ਕ੍ਰਿਪਟੋ ਟ੍ਰੇਡਿੰਗ ਨਹੀਂ ਕਰਦਾ, ਸਿੱਧੀ ਜੀ ਗੱਲ ਹੈ। ਫਿਊਚਰ ਟ੍ਰੇਡਿੰਗ ਨਹੀਂ ਕਰਦਾ, ਸਿੱਧੀ ਜੀ ਗੱਲ ਹੈ। ਸਪੋਰਟ ਟ੍ਰੇਡਿੰਗ ਕਰਨਾ ਔਰ ਉਹਦੇ ਵਿੱਚ ਵੀ ਜ਼ਿਆਦਾਤਰ ਗੋਲਡ ਕਰਨਾ ਜਾਂ ਪਾਉਂਡ ਜਾਂ ਯੂਰੋ, ਬਸ ਇਸ ਤੋਂ ਜ਼ਿਆਦਾ ਨਹੀਂ। ਔਰ ਇਸ ਫੀਲਡ ਵਿੱਚ ਕਾਮਯਾਬ ਹੋਣ ਵਾਸਤੇ ਦੋ ਚੀਜ਼ਾਂ ਨੇ, ਅਗਰ ਉਹ ਤੁਸੀਂ ਸਮਝੋ ਨਾ ਤੁਹਾਡੇ ਵਾਸਤੇ ਬਹੁਤ ਫਾਇਦੇਮੰਦ। ਔਰ ਤੁਸੀਂ ਉਸ ਗੱਲ ਨੂੰ ਸ਼ਾਇਦ ਸਮਝੋਗੇ ਨਹੀਂ। ਉਸ ਦੀ ਵਜ੍ਹਾ ਇਹ ਹੈ ਨਾ ਕਿ ਸਾਰੇ ਲੋਕ ਅਨਾਪਰਸਤ ਆ। ਪਹਿਲੀ ਗੱਲ ਇਹ ਹੈ ਕਿ ਸਾਡੇ ਕੋਲ ਨੌਲੇਜ ਹੋਣਾ ਚਾਹੀਏ। ਨੌਲੇਜ ਹੋਣ ਤੋਂ ਬਗੈਰ ਤੇ ਵਾਰਾ ਹੀ ਨਹੀਂ ਖਾਂਦਾ ਨਾ। ਹੁਣ ਨੌਲੇਜ ਕਿੱਦਾਂ ਹੋਣਾ ਚਾਹੀਦਾ ਹੈ? ਨੌਲੇਜ ਤੁਹਾਡੇ ਕੋਲ ਅਨਲਿਮਿਟਿਡ ਹੋਣਾ ਚਾਹੀਦਾ ਹੈ। ਠੀਕ ਹੈ ਨਾ। ਅਗਰ ਤੁਹਾਨੂੰ ਕਿਤੇ ਪੈਸੇ ਦੇ ਕੇ ਸਿੱਖਣਾ ਪੈਂਦਾ, ਤੁਸੀਂ ਸਿੱਖੋ। ਇੱਕ ਜਗ੍ਹਾ ਸਿੱਖਣਾ, ਦੋ ਜਗ੍ਹਾ, ਪੰਜ ਜਗ੍ਹਾ, ਇਸ਼ੂ ਨਹੀਂ ਹੈ। ਤੁਸੀਂ YouTube ਤੋਂ ਸਿੱਖੋ, ਕੁਛ ਵੀ ਕਰੋ, ਲੇਕਿਨ ਤੁਹਾਡੇ ਕੋਲ ਨਾ ਇੱਕ ਉਹ ਕੀ ਕਹਿੰਦੇ ਨੇ ਗੋਠਲੀ ਭਰੀ ਹੋਣੀ ਚਾਹੀਦੀ ਹੈ ਨੌਲੇਜ ਦੀ। ਇਹ ਸਭ ਤੋਂ ਪਹਿਲਾਂ ਹੈ। ਇਸ ਤੋਂ ਬਗੈਰ ਗੁਜ਼ਾਰਾ ਨਹੀਂ। ਇੱਕ ਦੂਸਰੀ ਚੀਜ਼ ਦੂਸਰੀ ਚੀਜ਼ ਇਹ ਹੈ ਕਿ ਅਸੀਂ ਨਾ ਸਾਨੂੰ ਰਿਸਕ ਮੈਨੇਜਮੈਂਟ ਦਾ ਵੀ ਪਤਾ ਹੁੰਦਾ ਹੈ। ਸਾਨੂੰ ਆਪਣੀ ਸਾਰੀਆਂ ਸਟ੍ਰੈਟਜੀ ਦਾ ਹਰ ਚੀਜ਼ ਦਾ ਪਤਾ ਹੁੰਦਾ ਹੈ, ਲੇਕਿਨ ਅਸੀਂ ਫਿਰ ਵੀ ਨੁਕਸਾਨ ਕਰਦੇ ਹਾਂ। ਉਸ ਦੀ ਰੀਜ਼ਨ ਪਤਾ ਕੀ ਹੈ ਕਿ ਅਸੀਂ ਸਮਝਦੇ ਹਾਂ ਸਾਨੂੰ ਸਭ ਕੁਝ ਪਤਾ ਹੈ। ਉਹ ਕਿਸੇ ਨੂੰ ਅਸੀਂ ਨਾ ਘਾਹ ਵੀ ਨਹੀਂ ਪਾਉਂਦੇ, ਯਕੀਨ ਮੰਨੋ। ਅਸੀਂ ਕਹਿੰਦੇ ਕਿ ਸਾਨੂੰ ਸਭ ਕੁਝ ਪਤਾ ਹੈ। ਔਰ ਮਸਲਾ ਕਿੱਥੇ ਆਉਂਦਾ ਹੈ? ਮਸਲਾ ਆਉਂਦਾ ਹੈ ਪ੍ਰੈਕਟੀਕਲ ਟ੍ਰੇਡ ਕਰਨ ਤੇ ਮਸਲਾ ਆਉਂਦਾ ਹੈ ਸਿਰਫ। ਬਾਕੀ ਸਾਡੇ ਕੋਲ ਹਰ ਚੀਜ਼ ਹੁੰਦੀ ਹੈ, ਸਾਨੂੰ ਨਾ ਟ੍ਰੇਡ ਕਰਨ ਦਾ ਮਸਲਾ ਆਉਂਦਾ ਹੈ। ਸਮ ਟਾਈਮ ਅਸੀਂ ਸਾਡੇ ਕੋਲ $100 ਦਾ ਕੋਡ ਆ, 0.05 ਲਾ ਦਿੰਦੇ ਆ, ਜਾਂ 0.01 ਦੀਆਂ ਦੋ ਤਿੰਨ ਟ੍ਰੇਡਾਂ ਇੱਕ ਦੇ ਸੈਟਅਪ ਤੇ ਲਾ ਦਿੰਦੇ ਆ। ਇੱਕ ਦਫਾ ਤਾਂ ਫਾਇਦਾ ਹੋ ਜਾਂਦਾ, ਸਾਡਾ ਮਾਈਂਡ ਨਾ ਉਸ ਚੀਜ਼ ਨੂੰ ਸੇਵ ਕਰ ਲੈਂਦਾ। ਉਹ ਕਹਿੰਦਾ ਚੌਧਰੀ ਪਿਛਲੀ ਦਫਾ ਐਵੇਂ ਕੀਤਾ ਸੀ, ਪੈਸੇ ਬਣ ਗਏ ਹਨ, ਇਸ ਦਫਾ ਫੇਰ ਕਰੋ। ਜੋ ਸਭ ਤੁਸੀਂ ਫੇਰ ਕਰਦੇ ਜੇ, ਉੱਡ ਜਾਂਦੀ ਹਰ ਚੀਜ਼। ਠੀਕ ਹੈ। ਫਿਰ ਅਸੀਂ ਦੇਖਦੇ ਯਾਰ ਸਾਡੇ ਵਿੱਚ ਕੀ ਕਮੀ ਹੈ। ਇਹੋ ਹੀ ਕਮੀ ਹੈ। ਜਿਹੜਾ ਕੰਮ ਕਰ ਰਹੇ ਆ ਨਾ, ਲਾਟਾਂ ਜ਼ਿਆਦਾ ਲਾ ਰਹੇ ਆ, ਇਹੋ ਹੀ ਕਮੀ ਹੈ। ਜਾਂ ਫਿਰ ਅਸੀਂ ਹੋਲਡ ਕਰ ਦਿੰਦੇ ਹਾਂ, ਨੁਕਸਾਨ ਵਾਲੀ ਸਾਈਡ ਐਸਾ ਲੋਕ ਪਿੱਛੇ ਕਰ ਦਿੰਦੇ ਆ। ਯਾਰ ਹੁਣ ਵਾਪਸ ਆ ਜਾਏ, ਹੁਣ ਵਾਪਸ ਆਏ, ਹੁਣ ਦੇ ਚੱਕਰਾਂ ਵਿੱਚ ਸਭ ਕੁਝ ਖਿੱਚ ਜਾਂਦੀ ਹੈ। ਤੇ ਕਿਤੇ ਬੜਾ ਬਹਾਦਰ ਬਣਦਾ, ਅੱਧਾ ਕਰੋੜ ਉੱਡਣ ਦਿਆ ਤੇ ਉਹਨੂੰ ਕੱਟ ਦਿੱਤਾ। ਠੀਕ ਹੈ। ਹੁੰਦਾ ਕੀ ਹੈ, ਮਾਰਕੀਟ ਉੱਥੋਂ ਵਾਪਸ ਚਲੇ ਜਾਂਦੀ। ਫਿਰ ਸੋਚਦਾ ਯਾਰ ਮੈਂ ਕਦੀ ਫੜਦਾ ਨਾ, ਮੇਰਾ ਰਿਕਵਰ ਹੋ ਜਾਣਾ ਨਹੀਂ। ਇਹ ਫਿਰ ਮਾਈਂਡ ਵਿੱਚ ਸੇਵ ਹੋ ਜਾਂਦੀ ਚੀਜ਼। ਦੁਬਾਰਾ ਜਾਣਾ, ਨੁਕਸਾਨ ਹੋ ਰਿਹਾ, ਨਹੀਂ ਕੱਟਣਾ। ਉਹ ਯਾਰ ਪਿਛਲੀ ਦਫਾ ਕੱਟਿਆ ਸੀ, ਕਿਵੇਂ ਹੋ ਗਿਆ ਸੀ, ਉਸ ਦਫਾ ਪਾਉਣ ਦੀ ਵਾਸ਼ ਹੋ ਜਾਂਦਾ। ਨੌਲੇਜ ਸਾਡਾ ਉੱਥੇ ਹੀ ਹੈ, ਸੇਫ ਪਿਆ ਹੋਇਆ। ਉਹਦਾ ਇਸਤੇਮਾਲ ਨਹੀਂ ਨਾ ਕਰਨਾ। ਅਸਾਂ ਹਰ ਗਲਤ ਕੰਮ ਕਰਨਾ ਹੈ ਔਰ ਮੰਨਣਾ ਨਹੀਂ। ਠੀਕ ਹੈ ਨਾ। ਤੁਸੀਂ ਨਾ ਇੱਕ ਕੰਮ ਕਰੋ, ਤੁਸੀਂ ਐਸਾ ਮੰਟੋਰ ਲੱਭੋ। ਮੈਂ ਟੀਚਰ ਦੀ ਗੱਲ ਨਹੀਂ ਕਰਦਾ, ਮੈਂ ਮੰਟੋਰ ਥੋੜਾ ਡਿਫਰੈਂਸ ਹੈ ਨਾ। ਤੁਸੀਂ ਐਸਾ ਮੰਟੋਰ ਲੱਭੋ ਜਿਹਨੂੰ ਕਹੋ ਕਿ ਸਰ ਜੀ ਸਾਨੂੰ ਜਿਹੜਾ ਵੀ ਤੁਸੀਂ ਨੌਲੇਜ ਦੇ ਰਹੇ ਨਾ, ਉਹਦੇ ਨਾਲ ਸਾਡੇ ਕੋਲ ਪ੍ਰੈਕਟਿਸ ਵੀ ਕਰਵਾਓ। ਸਾਨੂੰ ਕੋਈ ਡੈਮੋ ਅਕਾਊਂਟ ਦੇ ਦਿਓ, ਕੋਈ ਫੰਡਿੰਗ ਅਕਾਊਂਟ ਦੇ ਦਿਓ, ਜਾਂ ਜਿਸ ਤਰ੍ਹਾਂ ਵੀ। ਸਾਨੂੰ ਟ੍ਰੇਡਾਂ ਸਾਡੀਆਂ ਚੈੱਕ ਕਰਨੀਆਂ ਨੇ ਹਰ ਹਫ਼ਤੇ ਬਾਅਦ। ਉਹ ਸਾਨੂੰ ਲੰਨ ਤੰਨ ਕਰਨੀ ਹੈ। ਲੰਨ ਤੰਨ ਸਮਝਦੇ ਹੋ ਨਾ, ਗਾਲਾਂ ਕੱਢਣੀਆਂ ਨੇ। ਔਰ ਅਗਰ ਕਿਤੇ ਫਿਜ਼ੀਕਲ ਹੈ ਨਾ, ਤਾਂ ਪ੍ਰੋਪਰ ਕੁੱਟਣਾ ਹੈ। ਠੀਕ ਹੈ ਨਾ। ਜਾਂ ਸਾਨੂੰ ਜੁਰਮਾਨਾ ਕਰਨਾ ਹੈ। ਫੇਰ ਜਾ ਕੇ ਹੋ ਸਕਦਾ ਤੁਸੀਂ ਆਪਣੇ ਆਪ ਨੂੰ ਫਿੱਟ ਕਰ ਲਓ। ਯਕੀਨ ਮੰਨੋ, ਟ੍ਰੇਡਿੰਗ ਕੋਈ ਵੱਡੀ ਚੀਜ਼ ਨਹੀਂ ਹੈ। ਸਾਡੀਆਂ ਆਪਣੀਆਂ ਹੀ ਗਲਤੀਆਂ ਨੇ। ਸਾਡੀਆਂ ਆਪਣੀਆਂ ਹੀ ਗਲਤੀਆਂ ਸਾਡੇ ਅੱਗੇ ਆਉਂਦੀਆਂ ਨੇ। ਕੁਛ ਲੋਕ ਜਿਹੜੇ ਨਵੇਂ ਨੇ ਨਾ, ਉਹ ਇਸ ਗਲਤ ਫਹਿਮੀ 'ਚ ਰਹਿੰਦੇ ਨੇ ਕਿ ਯਾਰ ਬਾਏ ਸੈਲ ਕਰਨਾ, SLTP ਹੈ ਇੱਥੇ, ਬਸ YouTube ਤੋਂ ਵੀਡੀਓ ਦੇਖ ਲਈਆਂ ਤੇ ਬਸ। ਯਾਰ ਏਦਾਂ ਨਹੀਂ ਹੋਣਾ। ਪਹਿਲਾਂ ਕਿਸੇ ਉਹਨੂੰ ਸਿੱਖੋ, ਕਿਸ ਤਰ੍ਹਾਂ ਵੀ, ਫ੍ਰੀ ਪੇਡ, ਜਿਸ ਤਰ੍ਹਾਂ ਵੀ ਪਹਿਲਾਂ ਸਿੱਖੋ। ਫਿਰ ਉਸੇ ਕੋਲੋਂ ਪ੍ਰੈਕਟੀਕਲ ਕਰਵਾਓ। ਪ੍ਰੈਕਟੀਕਲ ਤੁਸੀਂ ਕਰਨਾ, ਉਹਨੂੰ ਚੈੱਕ ਕਰਵਾਓ। ਜਿਵੇਂ ਮੈਂ ਕਿਸੇ ਨੂੰ ਅਗਰ ਕਹਿਣਾ ਕਿ ਯਾਰ ਇਹ $1000 ਦਾ ਅਕਾਊਂਟ ਹੈ ਡੈਮੋ, ਇਸ ਤੇ ਮੈਨੂੰ 3 ਮਹੀਨੇ, 4 ਮਹੀਨੇ, 5 ਮਹੀਨੇ ਟ੍ਰੇਡਿੰਗ ਕਰਕੇ ਦੱਸਣੀ ਹੈ। ਕੋਈ ਟ੍ਰੇਡ ਵੀ ਉਹਦੇ ਵਿੱਚ ਗਲਤੀ ਤੇਰੀ ਨਹੀਂ ਹੋਣੀ ਚਾਹੀਦੀ। ਸਟ੍ਰੈਟਜੀ ਸਾਰੇ ਅਸਰ ਕਰਦੇ, ਇਸ਼ੂ ਨਹੀਂ ਹੈ। ਮੈਥਡ ਫੇਲ ਹੋ ਜਾਏ, ਇਸ਼ੂ ਨਹੀਂ। ਠੀਕ ਹੈ। ਤੇਰੀ ਗਲਤੀ ਨਹੀਂ ਹੋਣੀ ਚਾਹੀਦੀ, ਨਾ ਰਿਸਕ ਮੈਨੇਜਮੈਂਟ ਤੇ ਕਿਸੇ ਚੀਜ਼ ਤੇ ਨਹੀਂ। ਆਪਣੇ ਆਪ ਨੂੰ ਨਾ ਚਾਰਜ ਕਰਨਾ ਪੈਂਦਾ ਹੈ। ਯਕੀਨ ਮੰਨੋ, ਖੁਦਾ ਗਵਾਹ ਹੈ, ਉਹ ਸਾਡੀਆਂ ਆਪਣੀਆਂ ਗਲਤੀਆਂ ਦੀ ਵਜ੍ਹਾ ਤੋਂ ਅਸੀਂ ਨੁਕਸਾਨ ਕਰਦੇ ਹਾਂ।
ਉਹ ਬੜੇ ਬੜੇ ਸਟਰੋਂਗ ਬੰਦੇ ਨੇ, ਅੱਲਾਹ ਪਾਕ ਨੇ ਬੜਾ ਬੜਾ ਦਿੱਤਾ ਹੋਇਆ, ਲੇਕਿਨ ਨੁਕਸਾਨ ਕਰ ਜਾਂਦੇ ਨੇ। ਗਰੀਬ ਆਦਮੀ ਤਾਂ ਇਸੇ ਪਰੇਸ਼ਾਨੀ 'ਚ ਰਹਿੰਦਾ ਤਾਂ ਉਹਨੇ ਪੈਦਾ ਕੀ ਕਰਨਾ ਹੈ, ਲੇਕਿਨ ਜਿਨ੍ਹਾਂ ਕੋਲ ਅਮਾਊਂਟ ਹੁੰਦੀ ਹੈ ਨਾ, ਜਿਨ੍ਹਾਂ ਨੂੰ 2 4 5 10 ਲੱਖ ਦਾ ਜਿਹੜਾ ਇਸ਼ੂ ਨਹੀਂ ਹੁੰਦਾ, ਉਹ ਵੀ ਨੁਕਸਾਨ ਕਰਦੇ ਨੇ। ਠੀਕ ਹੈ, ਕਿਉਂਕਿ ਉਹ ਸਮਝਣਾ ਹੀ ਬੜੇ ਫਨਕਾਰ ਆ ਯਾਰ, ਅਸੀਂ ਬੜੇ ਹੀ ਕਿਸੇ ਕੋਲੋਂ ਸਿੱਖੀਏ, ਸਾਨੂੰ ਕੋਈ ਗੱਲ ਕਰੇ ਨੁਕਸਾਨ ਕਰ। ਉਹ ਜਦੋਂ ਉਹਨਾਂ ਨੂੰ ਸਮਝ ਆਉਂਦੀ ਹੈ ਨਾ, ਵਕਤ ਗੁਜ਼ਰ ਜਾਂਦਾ ਹੈ, 2 3 ਸਾਲ ਗੁਜ਼ਰ ਜਾਂਦੇ ਨੇ, ਫਿਰ ਕਹਿੰਦੇ ਨੇ ਕਿ ਇੰਨਾ ਨੁਕਸਾਨ ਕੀਤਾ, 10 ਲੱਖ ਦਾ ਕੀਤਾ, 20 ਦਾ ਕੀਤਾ, ਉਹਦੇ ਵਿੱਚੋਂ 30 40 ਹਜ਼ਾਰ ਰੁਪਈਆ ਜੇ ਕਿਸੇ ਕੋਲ ਸਿੱਕੇ ਨਹੀਂ ਹੈ। ਇਹ ਚੀਜ਼ਾਂ ਨੇ। ਹੁਣ ਦੇਖੋ ਇੱਥੇ ਹੈ ਨਾ, ਇਹ ਮਾਰਕੀਟ ਹੈ। ਹੁਣ ਫਰਜ਼ ਕਰੋ ਮੈਂ ਤੁਹਾਨੂੰ ਕਹਿੰਦਾ ਜਾਂ ਤੁਹਾਨੂੰ ਮੈਂ ਸਿਖਾਉਂਦਾ ਕਿ ਯਾਰ ਇੱਕ ਇਹ ਲਾਈਨ ਹੈ, ਇੱਕ ਫਰਜ਼ ਕਰੋ ਇੱਥੇ ਲਾ ਦਿੰਦੇ ਆ ਇਹ ਲਾਈਨ। ਮੈਂ ਕਹਿੰਦਾ ਕਿ ਅਗਰ ਮਾਰਕੀਟ ਨਾ ਇੱਥੋਂ ਥਾਂ ਨੂੰ ਆਉਂਦੀ ਹੈ ਇਸ ਜਗ੍ਹਾ ਤੇ, ਔਰ ਇਸ ਜਗ੍ਹਾ ਤੇ ਰਿਜੈਕਸ਼ਨ ਦਿੰਦੀ ਹੈ, ਮਤਲਬ ਕੋਈ ਐਸੀ ਕੈਂਡਲ ਬਣਾਉਂਦੀ ਹੈ ਜਿਹੜਾ ਥੱਲੇ ਨਾ ਆਪਣਾ ਲੋਹ ਛੋੜ ਕੇ ਪਈ ਅੱਗੇ ਬਿਲਾ ਰਹੀ ਹੈ, ਤੇ ਤੁਸੀਂ ਇੱਥੋਂ ਨਾ ਬਾਏ ਕਰਨਾ ਹੈ ਇੱਥੋਂ ਤੱਕ। ਠੀਕ ਹੈ, ਇੱਕ ਆਪਸ਼ਨ। ਦੂਸਰਾ ਆਪਸ਼ਨ ਇੱਕ ਮਾਰਕੀਟ ਇੱਥੇ ਆਉਂਦੀ ਹੈ, ਉਹ ਇੱਥੋਂ ਬਗੈਰ ਰਿਜੈਕਸ਼ਨ ਦਿੱਤੀ ਹੈ ਨਾ, ਇੱਕ ਕੈਂਡਲ ਥੱਲੇ ਬ੍ਰੇਕ ਹੋ ਜਾਂਦੀ ਹੈ, ਮੋਮੈਂਟਮ ਕੈਂਡਲ ਹੁੰਦੀ ਹੈ, ਮਤਲਬ ਥੋੜੀ ਅੱਛੀ ਕੈਂਡਲ ਹੁੰਦੀ ਹੈ, ਔਰ ਉਸਦਾ ਲੋ ਨਹੀਂ ਹੁੰਦਾ ਥੱਲੇ। ਠੀਕ ਹੈ ਨਾ, ਇੱਕ ਮਾਰੋ ਬੋਦੋ ਟੈਪ ਕੈਂਡਲ ਹੁੰਦੀ, ਛੋਟਾ ਮੋਟਾ ਲੋ ਹੁੰਦਾ। ਔਰ ਤੁਸੀਂ ਦੇਖਣਾ ਕਿ ਅਗਰ ਇਹਦੇ ਵਿੱਚ ਕੋਈ ਅਗਰ ਆਰਡਰ ਬਲਾਕ ਕੋਈ ਫੇਅਰ ਵੈਲਿਊ ਗੈਪ ਨਹੀਂ ਹੈ, ਤੁਸੀਂ ਇਨਸਟੈਂਟ ਐਂਟਰੀ ਲਾ ਦੇਣੀ ਹੈ ਔਰ ਸੈਲ ਤੇ ਪੈ ਜਾਣਾ। ਅਗਰ ਹੈ ਤਾਂ ਵੇਟ ਕਰਨਾ, ਵਾਪਸ ਉੱਥੇ ਜਾਏਗੀ ਨਾ, ਉੱਥੋਂ ਸੈਲ ਕਰਨਾ, ਔਰ ਉਸ ਐਸ ਹਾਈ ਜਿਹੜਾ ਵੀ ਬਣੇਗਾ ਇਸ ਦੇ ਉੱਤੇ ਐਸਲ ਆਪਣਾ ਰੱਖਣਾ। ਠੀਕ ਹੈ ਨਾ, ਇਹ ਤਾਂ ਹੁਣ ਮੈਂ ਫਰਜ਼ ਕਰੋ ਕਹਿ ਦਿੱਤਾ। ਹੁਣ ਪਤਾ ਨਹੀਂ ਮਾਰਕੀਟ ਕੀ ਕਰੇਗੀ, ਉਸ ਸਿਚੁਏਸ਼ਨ ਤੇ ਜਾ ਕੇ ਤੁਸੀਂ ਕੀ ਕਰੋਗੇ। ਕਈ ਇੱਥੋਂ ਬਾਈ ਕਰ ਦੇਣਗੇ, ਕਈ ਸੈਲ ਕਰ ਦੇਣਗੇ, ਫਿਰ ਕੌਣ ਦੱਸੇਗਾ। ਉਦੋਂ ਪਤਾ ਚੱਲੇਗਾ ਮੇਰਾ ਭਰਾ, ਜਦੋਂ ਤੁਸੀਂ ਨਾ ਟ੍ਰੇਡ ਲਾ ਕੇ ਉਹਦੀ ਪੂਰੀ ਸਕਰੀਨਸ਼ਾਟ ਲੈ ਕੇ ਆਪਣੇ ਕੋਲ ਰੱਖੋ, ਮੇਰੇ ਕੋਲ ਆਓ ਕਲਾਸਾਂ ਚ ਕਿ ਸਰ ਜੀ ਇਹ ਮੈਂ ਟ੍ਰੇਡ ਲਾਈ ਨਹੀਂ, ਤੁਸੀਂ ਇਹਨੇ ਮੈਨੂੰ ਦੱਸਿਆ ਹੋਇਆ ਹੈ, ਔਰ ਮੈਂ ਇਹ ਮੈਨੂੰ ਦੱਸੋ ਇਹਦੇ ਵਿੱਚ ਮੇਰਾ ਐਸਲ ਹੋਇਆ ਜਾਂ ਟੀਪੀ ਜਿਹੜਾ ਵੀ ਹੋਇਆ, ਇਹਦੇ ਵਿੱਚ ਮੇਰੀ ਗਲਤੀ ਕਿਹੜੀ ਸੀ, ਕੀ ਕਰਨਾ ਚਾਹੀਦਾ। ਉਹ ਜਿਹੜੀਆਂ ਟਿੱਪਾਂ ਉਹ ਟ੍ਰਿਕਾਂ ਨੇ ਨਾ ਲਾਈਵ ਟ੍ਰੇਡ ਦੀਆਂ, ਉਹ ਤੁਹਾਨੂੰ ਪ੍ਰੋਫਿਟੇਬਲ ਬਣਾਉਣਗੀਆਂ। ਠੀਕ ਹੈ ਨਾ, ਇਹਨੇ ਤੁਸੀਂ ਪ੍ਰੋਫਿਟੇਬਲ ਨਹੀਂ ਬਣਦੇ। ਅਸੀਂ ਹੈ ਸਾਰੇ ਸੁਸਤਾਂ, ਦੀ ਕਸਮੇ ਹੀ ਸਾਰੇ ਸੁਸਤਾਂ ਕਾਹਲ ਆ। ਅੱਜ ਮੈਂ ਕਹਾਂ ਨਾ, ਮੈਂ ਸਿਗਨਲ ਗਰੁੱਪ ਬਣਾਇਆ ਹੋਇਆ, ਮੈਂ ਜਿਹੜੇ ਟ੍ਰੇਡਰ ਵਾਲਾ ਨੂੰ ਸ਼ੋਅ ਕਰਾਂਗਾ, ਤੁਸੀਂ ਟ੍ਰੇਡਰ ਲਾਓ, ਹਜ਼ਾਰਾਂ ਬੰਦੇ ਆ ਜਾਣਗੇ ਯਾਰ, ਤੇ ਯਾਰ ਫਾਇਦਾ ਕਮਾਈਏ। ਅੱਜ ਤੱਕ ਕੋਈ ਬੰਦਾ ਸਿਗਨਲ ਤੋਂ ਪ੍ਰੋਫਿਟੇਬਲ ਨਹੀਂ ਹੋਇਆ ਲਗਾਤਾਰ ਚੰਦ ਦਿਨ, ਚੰਦ ਡੇਟਾ ਪ੍ਰੋਫਿਟੇਬਲ ਹੋ ਜਾਣਗੇ ਨਹੀਂ। ਯਾਰ ਅਗਰ ਸਿਗਨਲ ਤੋਂ ਪ੍ਰੋਫਿਟੇਬਲ ਹੁੰਦਾ ਨਾ, ਤਾਂ 2016 17 ਵਿੱਚ ਮੈਂ ਇੱਕ ਬੰਗਲਾਦੇਸ਼ ਦੇ ਟੌਪ ਟ੍ਰੇਡਰ ਕੋਲ ਸਿਗਨਲ ਲੈਣਾ $50 ਚ ਉਸ ਵਕਤ। ਠੀਕ ਹੈ, ਮੇਰਾ ਅਕਾਊਂਟ ਉੱਡ ਜਾਂਦੇ ਹਨ, ਸਿਗਨਲ ਸਹੀ ਹਨ, ਮੈਂ ਆਪਣੇ ਆਪ ਨੂੰ ਕੰਟਰੋਲ ਨਹੀਂ ਕਰ ਪਾਤਾ, ਅਕਾਊਂਟ ਉੱਡ ਜਾਂਦੇ ਹਨ। ਮੈਂ ਅਗਰ ਉਦੋਂ ਕਾਮਯਾਬ ਹੁੰਦਾ ਤਾਂ ਮੈਨੂੰ ਕਿਹੜੀ ਜ਼ਰੂਰਤ ਹੈ ਸਾਰੇ ਕੰਮ ਕਰਨ ਦੀ, ਮੈਂ ਚੁੱਪ ਕਰਕੇ ਸਿਗਨਲ ਲੈਂਦਾ ਰਹਿੰਦਾ। ਠੀਕ ਹੈ ਯਾਰ, ਯਕੀਨ ਮੰਨੋ ਕਿਸੇ ਦੇ ਐਨਾਲਾਈਜ਼ ਤੁਹਾਨੂੰ ਫਾਇਦਾ ਨਹੀਂ ਦਿੰਦੇ। ਤੁਸੀਂ ਅਗਰ ਨੌਲੇਜ ਹਾਸਲ ਕੀਤਾ ਹੈ ਨਾ ਕੋਈ, ਤੁਸੀਂ ਅੱਜ ਦੇਖੋਗੇ ਤੁਹਾਨੂੰ ਲੱਗੇ ਕਿ ਯਾਰ ਮਾਰਕੀਟ ਇੱਥੋਂ ਸੈਲ ਜਾਣੀ ਹੈ, ਫਰਕ ਕਰੋ ਤੁਹਾਡਾ ਆਪਣਾ ਐਨਾਲਾਈਜ਼ ਹੈ, ਤੁਹਾਡਾ ਤਰੀਕਾਕਾਰ ਹੈ। ਤੁਸੀਂ ਫੇਸਬੁੱਕ ਤੇ ਗਏ ਹੋ, ਮੁਖਤਲਿਫ ਬੰਦੇ ਨੇ ਐਨਾਲਾਈਜ਼ ਕੀਤੇ ਹੋਏ ਨੇ, ਇਹ ਬਾਏ ਹੈ, ਇਹ ਬਾਏ ਹੈ, ਕੋਈ ਬਾਏ ਕੋਈ ਸੈਲ, ਕੋਈ ਉਹ ਕਨਫਿਊਜ਼ ਹੋ ਜਾਣਾ ਕਿ ਯਾਰ ਇਹ ਗਲਤ ਹੈ, ਉਹਨੂੰ ਲੱਗਦਾ ਮਾਰਕੀਟ ਬਾਏ ਜਾਏਗੀ। ਤੁਸੀਂ ਬਾਏ ਦੀ ਟ੍ਰੇਡ ਲਾਉਂਦੇ ਹੋ, ਮਾਰਕੀਟ ਥੱਲੇ ਜਾਣਗੇ, ਫਿਰ ਕਹਿੰਦੇ ਹੋ ਮੈਂ ਠੀਕ ਹਾਂ। ਇਸ ਲਈ ਨਾ ਕਦੀ ਵੀ ਕਿਸੇ ਦਾ ਐਨਾਲਾਈਜ਼ ਆਪਣੇ ਉਹਦੇ ਨਾਲ ਮਿਰਜ ਕਰਨ ਦੀ ਕੋਸ਼ਿਸ਼ ਨਹੀਂ ਕਰਨਾ। ਜੋ ਸਿੱਖਿਆ ਨਾ ਉਸ ਤੇ ਕਾਇਮ ਰਹੋ, ਤੁਸੀਂ ਖੁਦ ਹੀ ਕਾਮਯਾਬ ਹੋਣਾ। ਅੱਜ ਦੀ ਵੀਡੀਓ ਚ ਇੰਨਾ ਹੀ, ਮੇਰਾ ਖਿਆਲ ਹੈ ਵੀਡੀਓ ਕਾਫੀ ਲੰਮੀ ਹੈ, ਤੁਹਾਨੂੰ ਕੋ ਨਹੀਂ ਦੇਖਣੀ ਇਹ ਵਾਲਾ ਮੈਂ ਗੱਲ ਕਰਨਾ ਐਂਡ ਤੇ ਕੱਲ ਤੁਹਾਨੂੰ ਕੋ ਨਹੀਂ ਪਹੁੰਚਣਾ, ਕਿਉਂਕਿ ਪਹੁੰਚੇ ਤਾਂ ਕਮੈਂਟ ਦੱਸੇਗਾ ਮੈਂ ਐਂਡ ਵਾਲੀਆਂ ਗੱਲਾਂ ਵੀ ਸੁਣੀ। ਠੀਕ ਹੈ ਯਾਰ, ਮੈਨੂੰ ਖੁਦਾ ਦੀ ਕਸਮ ਕਿਹਾ ਕੋਈ ਦੁਸ਼ਮਣੀ ਨਹੀਂ ਹੈ। ਠੀਕ ਹੈ ਨਾ, ਮੇਰਾ ਕੋਈ ਕੰਮ ਹੀ ਨਾ ਟ੍ਰੇਡਾਂ ਕਲਾਸਾਂ ਦੇ ਕੇ ਪੈਸਾ ਕਮਾਉਣਾ ਨਹੀਂ ਹੈ। ਮੈਂ ਅਲਹਮਦੁਲਿਲਾ ਆਪਣਾ ਕਮਾ ਲਵਾਂ, ਥੋੜਾ ਕਮਾਣਾ ਜ਼ਿਆਦਾ ਕਮਾਣਾ ਵਾ, ਆਪਣਾ ਕਮਾ ਸਕਣਾ। ਠੀਕ ਹੈ ਨਾ, ਲੇਕਿਨ ਤੁਸੀਂ ਨਾ ਆਪਣੇ ਆਪ ਤੋਂ ਥੋੜਾ ਜਿਹਾ ਗੌਰ ਕਰੋ, ਤੁਹਾਡੀ ਘੜੀ ਦੇਰ ਬਾਅਦ ਆਪਣਾ ਖਿਆਲ ਰੱਖੀਏਗਾ।